ਪੁੱਛਿਆ ਜਾਂਦਾ ਹੈ, ਇਹ ਤੂੰ ਕਿਸ ਤਰ੍ਹਾਂ ਕਹਿ ਦਿੱਤਾ? ਕਹਿੰਦਾ ਅਗਲੇ ਦਾ ਮੂੰਹ ਰੱਖਣ ਵਾਸਤੇ, ਮੂੰਹ ਰੱਖਣ ਵਾਸਤੇ ਹੀ ਬੋਲਣਾ ਤੇ ਮੂੰਹ ਰੱਖ ਕੇ ਹੀ ਚੁੱਪ ਕਰ ਜਾਣਾ। ਖਾਣ ਲੱਗਿਆ, ਬੋਲਣ ਲੱਗਿਆ ਮੂੰਹ ਨੂੰ ਹੀ ਅੱਗੇ ਰੱਖਣਾ, ਐਸੇ ਪੁरुष ਨੂੰ ਆਖਿਆ ਗਿਆ ਮੂਰਖ। ਔਰ ਜਦ ਮੂਰਖਤਾ ਦੀ ਆਦਤ ਬਣ ਜਾਏ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ, ਫਿਰ ਉਸ ਨੂੰ ਹੋੜਨਾ, ਉਸ ਨੂੰ ਮੋੜਨਾ ਬੜਾ ਔਖਾ ਹੈ। ਜਿਵੇਂ ਬੀਜ ਜ਼ਮੀਨ ਦੇ ਵਿੱਚ ਬੋਈਏ ਤੇ ਸ਼ੁਰੂ ਦੇ ਵਿੱਚ ਜੋ ਅੰਕੁਰ ਫੁੱਟਦਾ ਹੈ ਉਹ ਬੜਾ ਕੋਮਲ ਹੈ, ਉਸ ਨੂੰ ਇੱਕ ਮਾਸੂਮ ਬੱਚਾ ਵੀ ਤੋੜ ਸਕਦਾ ਹੈ। ਥੋੜਾ ਜਿਹਾ ਅੰਕੁਰ ਵੱਡਾ ਹੋਇਆ, ਸ਼ਾਖਾਂ ਫੁੱਟੀਆਂ ਨੇ, ਛੋਟਾ ਜਿਹਾ ਬੂਟਾ ਬਣਿਆ, ਅਜੇ ਵੀ ਇਸ ਨੂੰ ਉਖਾੜ ਕੇ ਸੁੱਟਿਆ ਜਾ ਸਕਦਾ ਹੈ, ਅਜੇ ਵੀ ਜਿਸ ਪਾਸੇ ਮੋੜਨਾ ਚਾਹੀਏ ਮੁੜ ਸਕਦਾ ਹੈ। ਪਰ ਜਦ ਇਹ ਨਿੱਕਾ ਜਿਹਾ ਅੰਕੁਰ, ਇਹ ਛੋਟਾ ਜਿਹਾ ਪੌਦਾ ਜਦ ਭਾਰੀ ਭਰਕਮ ਦਰਖਤ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਤਾਂ ਕਈ ਦਫਾ ਹਾਥੀਆਂ ਤੋਂ ਵੀ ਨਹੀਂ ਟੁੱਟਦਾ। ਇੱਕ ਅਸ਼ੁਭ ਕਰਮ, ਅਸ਼ੁਭ ਵਿਚਾਰ ਜਦ ਪਹਿਲੀ ਦਫਾ ਮਨੁੱਖ ਦੇ ਹਿਰਦੇ 'ਚ ਜਾਂ ਸਰੀਰ ਦੇ 'ਚ ਕਰਮ ਦੇ ਰੂਪ ਦੇ 'ਚ, ਵਿਚਾਰ ਦੇ ਰੂਪ ਦੇ 'ਚ ਪ੍ਰਗਟ ਹੁੰਦੇ ਨੇ ਤਾਂ ਉਹ ਪਹਿਲੀ ਦਫਾ ਬੀਜ ਰੂਪ ਦੇ 'ਚ ਨੇ। ਲੇਕਿਨ ਬੀਜ ਆਖਿਰ ਬੋਇਆ ਗਿਆ, ਕਰਮ ਆਖਿਰ ਹੋ ਗਿਆ। ਇਸ ਕਰਮ ਨੂੰ ਜੇ ਦੁਬਾਰਾ ਕੀਤਾ ਤਾਂ ਤਿਬਾਰਾ ਕਰਨ ਦੀ ਚਾਹਤ ਪੈਦਾ ਹੋ ਜਾਂਦੀ ਹੈ, ਔਰ ਜੇ ਤਿਬਾਰਾ ਕੀਤਾ ਫਿਰ ਉਸ ਕਰਮ ਨੂੰ ਹੋਰ ਦੁਹਰਾਉਣ ਦੀ ਅੰਦਰ ਲਾਲਸਾ ਰਹਿੰਦੀ ਹੈ। ਬਾਰ-ਬਾਰ ਇੱਕ ਦੁਸ਼ਕਰਮ ਨੂੰ ਦੁਹਰਾਉਣ ਦੇ ਨਾਲ ਆਦਤ ਬਣ ਜਾਂਦੀ ਹੈ ਤੇ ਕਹਿੰਦੇ ਆਦਤ ਨੂੰ ਤੇ ਫਿਰ ਮਹਾਂਪੁਰਸ਼ ਵੀ ਨਹੀਂ ਬਦਲ ਸਕਦੇ। ਬੜੇ ਮਹਾਂਪੁਰਸ਼ਾਂ ਨੇ ਹਾਰ ਮੰਨ ਲਈ ਐਸੇ ਮਨੁੱਖਾਂ ਦੇ ਸਾਹਮਣੇ ਜੋ ਆਪਣੀ ਆਦਤ ਨੂੰ ਨਹੀਂ ਬਦਲ ਸਕਦੇ ਸਨ। ਸੰਸਾਰ ਦਾ ਇਤਿਹਾਸ ਪੜ੍ਹ ਕੇ ਦੇਖੀਏ, ਕੁਝ ਮਨੁੱਖ ਮਹਾਂਪੁਰਸ਼ਾਂ ਤੋਂ ਵੀ ਨਹੀਂ ਸਮਝੇ, ਪਰ ਕੁਝ ਐਸੇ ਨੇ ਜੋ ਪਸ਼ੂ ਪੰਖੀਆਂ ਤੋਂ ਵੀ ਸਿੱਖ ਗਏ, ਮੂਰਖਾਂ ਤੋਂ ਵੀ ਸਿੱਖ ਗਏ। ਸ਼ੇਖ ਸਾਦੀ ਸਾਹਿਬ ਕੋਲ ਪੁੱਛਿਆ ਗਿਆ ਕਿ ਤੁਸੀਂ ਇਤਨੀ ਵੱਡੀ ਸਿਆਣਪ ਕਿੱਥੋਂ ਲਈ? ਉਹ ਕਹਿੰਦੇ ਨੇ ਮੈਂ ਅੰਧਿਆਂ ਕੋਲ ਲਈ। ਬਈ ਅੰਧਿਆਂ ਤੋਂ ਇਤਨੀ ਵੱਡੀ ਸਿਆਣਪ ਕਿਸ ਤਰ੍ਹਾਂ ਲਈ? ਉਹ ਕਹਿੰਦਾ ਹੈ ਕਿ ਜਿਤਨੇ ਚਿਰ ਤੱਕ ਅੰਧਾ ਪਹਿਲੇ ਥਾਂ ਨਾ ਟਟੋਲ ਲਵੇ, ਪੈਰ ਨਹੀਂ ਰੱਖਦਾ। ਪਹਿਲੇ ਜ਼ਮੀਨ ਟਟੋਲ ਕੇ ਅੰਦਾਜ਼ਾ ਲਾ ਲੈਂਦਾ ਹੈ ਵੀ ਕੁਛ ਨਹੀਂ ਹੈ, ਖੱਡਾ ਨਹੀਂ ਹੈ, ਫਿਰ ਪੈਰ ਰੱਖਦਾ ਹੈ। ਸੰਭਲ ਕੇ ਚੱਲਣ ਦੀ ਜਾਚ ਮੈਂ ਅੰਧਿਆਂ ਕੋਲ ਲਈ। ਸ਼ੇਖ ਸਾਦੀ ਦਾ ਐਸਾ ਕਹਿਣਾ ਹੈ। ਤਾਂ ਕੋਈ ਤੇ ਅੰਧਿਆਂ ਤੋਂ ਵੀ ਪ੍ਰੇਰਨਾ ਲੈ ਲੈਂਦਾ ਹੈ, ਕੋਈ ਸੁਜਾਖਿਆਂ ਤੋਂ ਵੀ ਨਹੀਂ ਲੈਂਦਾ, ਕੋਈ ਮੂਰਖਾਂ ਤੋਂ ਪ੍ਰੇਰਨਾ ਲੈ ਲੈਂਦਾ ਹੈ, ਕੋਈ ਸਿਆਣਿਆਂ ਤੋਂ ਵੀ ਨਹੀਂ ਲੈਂਦਾ, ਕੋਈ ਦੈਂਤਾਂ ਤੋਂ ਵੀ ਪ੍ਰੇਰਨਾ ਲੈ ਲੈਂਦਾ ਹੈ, ਕੋਈ ਅਵਤਾਰੀ ਪੁਰਸ਼ਾਂ ਤੋਂ ਵੀ ਨਹੀਂ ਲੈਂਦਾ। ਜੋ ਅਵਤਾਰੀ ਪੁਰਸ਼ਾਂ ਤੋਂ ਵੀ ਪ੍ਰੇਰਨਾ ਲੈਣ ਤੋਂ ਅਸਮਰਥ ਹੈ ਉਹ ਮੂਰਖ ਨਹੀਂ ਬਲਕਿ ਘੋਰ ਮੂਰਖ ਹੈ। ਅਸੰਖ ਮੂਰਖ ਅੰਧ ਘੋਰ, ਇਹ ਇਸ਼ਾਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹਨਾਂ ਹੀ ਮਨੁੱਖਾਂ ਦੀ ਤਰਫ ਹੈ। ਸੰਸਾਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੂਰਖਤਾ ਗੁਰੂ ਨਾਨਕ ਨੇ ਮੰਨੀ ਹੈ ਉਹ ਇਹ ਕਿ ਈਸ਼ਵਰੀ ਹੋਂਦ ਤੋਂ ਇਨਕਾਰੀ ਹੋਣਾ, ਪੁੱਤਰਾਂ ਨੂੰ ਪੁੱਤਰ ਕਰਕੇ ਮੰਨ ਲੈਣਾ, ਮਿੱਤਰਾਂ ਨੂੰ ਮਿੱਤਰ ਕਰਕੇ ਮੰਨ ਲੈਣਾ, ਮਾਂ ਨੂੰ ਮਾਂ ਕਰਕੇ ਮੰਨ ਲੈਣਾ, ਪਿਓ ਨੂੰ ਪਿਓ ਕਰਕੇ ਮੰਨ ਲੈਣਾ, ਪਰ ਰੱਬ ਨੂੰ ਰੱਬ ਕਰਕੇ ਨਾ ਮੰਨਣਾ, ਪਰਮਾਤਮਾ ਨੂੰ ਪਰਮਾਤਮਾ ਕਰਕੇ ਨਾ ਮੰਨਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਇਹ ਸਭ ਤੋਂ ਵੱਡੀ ਮੂਰਖਤਾ ਹੈ, ਬਹੁਤ ਵੱਡੀ ਮੂਰਖਤਾ। ਔਰ ਇਹ ਮੂਰਖਤਾ ਜੇ ਕਿਧਰੇ ਆਦਤ ਬਣ ਗਈ ਹੈ ਤਾਂ ਫਿਰ ਇਸ ਆਦਤ ਨੂੰ ਤੋੜਨਾ ਬੜੀ ਔਖੀ ਗੱਲ ਹੈ, ਬਹੁਤ ਔਖੀ ਗੱਲ ਹੈ। ਗੁਰੂ ਨਾਨਕ ਦੇ ਚੰਦ ਸ਼ਬਦ ਉਦਾਹਰਣ ਦੇ ਰੂਪ ਵਿੱਚ ਆਪ ਜੀ ਦੇ ਸਮਕਸ਼ ਬੈਠ ਨੇ। ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ, ਦੇਹੋ ਬੱਗਾ ਤਪੇ ਘਣਾ, ਕਾਲਿਆਂ ਕਾਲੇ ਵਨ। ਮਹਾਰਾਜ ਕਹਿੰਦੇ ਨੇ ਕੋਈ ਚਾਦਰ ਚਿੱਟੀ ਹੈ, ਚਿੱਟੀ ਵਸਤੂ ਹੈ, ਤੇ ਹੁਣ ਅੰਧੇਰੀ ਰਾਤ ਹੋਵੇ, ਮੱਸਿਆ ਦੀ ਕਾਲੀ ਰਾਤ ਹੋਵੇ, ਕਾਲੀ ਰਾਤ ਚਿੱਟੀਆਂ ਚੀਜ਼ਾਂ ਨੂੰ ਕਾਲਾ ਨਹੀਂ ਕਰਦੀ, ਪਰ ਚਿੱਟਾ ਚਮਕਦਾ ਹੋਇਆ ਦਿਨ ਹੋਵੇ ਉਹ ਕਾਲੀਆਂ ਚੀਜ਼ਾਂ ਨੂੰ ਚਿੱਟਾ ਨਹੀਂ ਕਰਦਾ। ਭਾਵੇਂ ਕਿਤਨਾ ਹੀ ਦਿਨ ਚਿੱਟਾ ਹੈ, ਕਾਲੀ ਚੀਜ਼ ਕਾਲੀ ਰਹਿੰਦੀ ਹੈ, ਉਹ ਚਿੱਟੀ ਨਹੀਂ ਆਉਂਦੀ।
महाराज का ऐसा कहना है कि जिस मनुख दे अंदर चंगियाइयां दी आदत ही बन चुकी है, शुभ कर्म दी आदत ही बन चुकी है, ਉਹਦੇ सामने चारों पासे कितने अज्ञानी ते दुष्कर्मी खड़े कर दिते जान, मसिया दी रात दी तरह, तां भी उसकी चटियाई दे उत्ते कोई कालख नहीं आएगी। वो चिट्टा ही रहेगा, वो सफेद रहेगा। पर दुष्कर्म करने की जिसकी आदत ही बन चुकी है और बुराइयां जिसका सुभाव बन चुके ने, ऐसी जिसदे कोल कालख है, अगर अवतारी पुरुषों के सूरज भी उहदे अगों आके चमकन तां भी उस कालख नूं दूर नहीं कर सकणगे। ऐसा दिखाई देंदा है कि विचार देण दे विच श्री राम रावण दे अगों हारे ने। वो विचारां तो प्रभावित नहीं होया, अगर होंदा तो जंग की कोई लोड़ नहीं सी। विचार तो ज्ञान तो दुर्योधन प्रभावित नहीं होया, अगर होंदा तो महाभारत के युद्ध की कोई लोड़ नहीं सी। और इसी तरीके नाल विचारां तो प्रभावित औरंगजेब नहीं होया, अगर होया होंदा तो गुरु गोबिंद सिंह जी महाराज नूं थां थां दे उत्ते युद्ध करन दी कोई लोड़ नहीं सी, टक्कर लैण दी कोई लोड़ नहीं सी। मुख्तसर अर्जे कि जिस वक्त बुराई की आदत बन जाए, इस आदत नूं तोड़ना बड़ी औखी गल है, बहुत औखी गल है। आदत बनन तो पहले अगर इसनूं कट दईए, कोमल बूटा कटिया जा सकता है। सतसंग दे आके जिन्हां दे सुभाव बदल जाते ने, वो छोटे बूटियां दी तरह ने, अंकुरां दी तरह ने, पुट्टे गए ने। पर जिहड़े भारी भरखम दरख्त बन चुके ने, वो कई दफा संगत करदे होया, गुरुद्वारियां दे आंदे होया भी बदलते नहीं, कोई तब्दीली नहीं आती। गुरु नानक देव जी महाराज का एक बड़ा सुंदर शब्द जो आपने शायराना अंदाज दे उचारण किया है। आप एक सरोवर दे कोल बैठे ने, ऐसे सुंदर सरोवर दे कोल जिस दे बेशुमार कमल दे फुल खिड़े हुए ने। अमृत वेला है, रब्बी ख्यालों दे चलीन गुरु नानक देव जी महाराज की देखते ने कि एक मेंढक जो सरोवर दे घूम रहा है, चारों पासे सरोवर दे किनारे जो काई जम गई है, उस काई दे जो कीड़े मकोड़े ने वो खा रहे है। वो मेंढक बार बार खा रहा है। फिर सतगुरु वेखदे न एक भौरा उड़ के आया है, पता नहीं कित्थों उड़ के आया है, कमल फुल ते बैठ गया है, रस कढ़ रहा है। रब्बी शायर दे अंदरों रब्बी नगमा फुट पिया है। साहिबां दा फरमान, दादर तू कब है ना जानस रे, भखस सवाल बसस निर्मल जल, अमृत न लखस रे। ऐ मेंढक तू बिल्कुल नहीं जानदा, अचेत है, रहिंदा तू निर्मल सरोवर दे च है, पर खांदा तू कीड़े है, खांदा तू गंदगी है। वेखते सही बस जल नित न वस्त अलियल, मेर चचा गुन रे। तेरी तरह ये अलियल भौरा सरोवर दे विच नहीं रहिंदा, बहुत दूरों उड़ के आया है और कमल दा रस मान रहा है। तू सरोवर दे विच रहिंदा होया भी रस नहीं मान रहा। सतसंग एक निर्मल सरोवर है, गुरु दा शब्द खिड़िया होया कमल दा फुल है। पर भेड़े सुभाव दा जिहड़ा मनुख है, वो मेंढक दी तरह इस सरोवर दे बैठा है, काई खा रहा है, जाला खा रहा है। उस संगत दे बैठा होया भी पराए धन दी पकड़ दे है, पराए रूप दी चितवनी दे सतसंग दे बैठे होया भी। भगत कबीर ने ते बड़ा सुंदर वाक उचारण किया है, बेद पढ़े पढ़ पंडित मुए, रूप देख देख नारी। पुजारियों के उत्ते एक बहुत वड्डा कटाक्ष किया है भगत कबीर ने, बे नेड़े रहिंदे होए ये गुरु तो दूर हो गए, रब तो दूर हो गए। संसार दे इतिहास दे जितना पादरियां ने, मौलवियां ने, ब्राह्मणा ने, पुजारी जमात ने जितना जुल्म किया, इस तो नास्तिकता ने जन्म लिया। इस वास्ते गुरु घर दे प्रथा बहुत सुंदर चुनी गई
और मर्यादा बना दी गई। जे को सिख पुजारी ऐ सो भी पूजा बहुत न गह, तन निर्बामा तरसो लह, अधक होए तां जै तैं लै। फराग दिल मनुख चाहिदा, परोपकारी मनुख चाहिदा, पर नेड़े रहंदियां रहंदियां कई दफा मनुख की आदत ऐसी हो जाती है कि कमल फुल्लां दे नेड़े नहीं जाता। भाई साहब भाई गुरदास जी का कहना है, तैसे निकट बसत मम गुरु उपदेशहीन, दुरंतर सिख उर अंतरले पोए हैं, दादर सरोवर बीच जानी ना कमल गत, मधुकर मध मकरंद को बिमोहे है। सरोवर दे रहिंदे होया मेंढक ने कमल दी सार नहीं जानी, बौरा दूरों चल के आया। भाई गुरदास जी कहते गुरु दे कोल रहिंदे होया मैं गुरु दी अजमत नूं नहीं समझ सकिया, गुरबाणी दे रस नूं नहीं मान सकिया, जाले दे छी फसिया रहा, माया दे छी फसिया रहा। साहिब श्री गुरु नानक देव जी महाराज दा फरमान, बिमल मझार बसत निर्मल जल, पदमल जावल रे, पदमल जावल जल रस संगत, संग दोख नहीं रे। निर्मल जल दे चों ही कमल दा फुल पैदा होया, निर्मल जल दे चों ही जाला पैदा होया। निर्मल जल दे चों कमल दा फुल सुंदरता लै रहा है, सुगंधी लै रहा है, जाला दुर्गंधी लै रहा है, कुरूपता लै रहा है। संगत दे ची बैठे ने ओ मनुख जो कमल दे समान ने, शब्द दे चों सुंदरता लै रहे ने, गुणा दी महक लै रहे ने, पर संगत दे च बैठे ओ मनुख भी ने जो संगत दे च बैठे होया दुर्गंधी लै रहे ने, करूपता लै रहे ने, वासना दे च पए ने, ओ जाले दे समान ने। जद गुरु नानक देव जी महाराज ने मनुख दियां इस तरीके दियां आदतां दा जिक्र कीता तो मरदाने ने सवाल कीता है, महाराज ये जिहड़ा मेंढक दे समान जो हो गया है, क्या इस दे सुभाव नूं बदलिया नहीं जा सकदा कि एक कमल फुल दे जो मिठास है, जो महक है, उसका रस माणे, जाला ना खावे, कीड़े मकोड़े ना खावे। साहिब कहते नहीं, जो कर्म आदत बन चुके है उसनों नहीं बदलिया जा सकता। तो मरदाना कहता महाराज आप दे जो मिठे बचन ने अमृत रस नाल भरे हुए, क्या इहदे नाल भी मेंढक दा सुभाव नहीं बदलिया जा सकता? इस तरह की बिरती वाले नूं गुरु घर दे मनमुख कहते हैं, जो मन नूं सामने रख के चले, जो गुरु नूं सामने रख के जिंदगी व्यतीत करे उन्होंने कहते हैं गुरमुख, जो मन नूं सामने रख के जिंदगी व्यतीत करे उन्होंने कहते हैं मनमुख। ते जद मन नूं सामने रख के जिंदगी व्यतीत करन दी आदत बन चुके, पक्की हो जाए तो पक्का मनमुख हो जाता है, उन्होंने मोड़ना बड़ी औखी गल हो जाती है। मरदाना कहता पातशाह आप दे अमृतमई बचना नाल क्या मनमुख नूं गुरमुख नहीं बनाया जा सकता? क्या इस मेंढक दे सुभाव नूं बदलिया नहीं जा सकता? साहिब कहते नहीं, नहीं बदलिया जा सकता। आप दा पावन वाक जिस दे आप कहते ने कि कुड़त्तन नूं, इस जहर नूं मनमुख दे हिरदे चों कढना बड़ी औखी गल है। अमृत खंड दूध मद संचस, तूब न चातर रे, अपना आप तू कभे न छोड़स, पिसन प्रीत ज्यों रे। साहिब कहते तूंबे दी जड़ां दे च जे अमृत घोल के पाईए, दुध घोल के पाईए, शहद घोल के पाईए, तां भी तुम्बा कोड़े दा कोड़ा ही रहिंदा है, वो अपनी कुड़त्तन दा त्याग नहीं करता। साहिब कहते इसे तरीके नाल अमृतमई बचन शब्द दे वाक सुनाइए, अगम्मी बाणी सुनाइए, पर जिस मनमुख दा पक्का सुभाव मनमुखता हो गया है उन्होंने होड़ना बड़ी औखी गल है, उसनों मोड़ना बड़ी औखी गल है। और मनमुख दा हिरदा इतना कौड़ा है, जहर इतनी कौड़ी नहीं, अक इतनी कौड़ी नहीं, निम इतनी कौड़ी नहीं, धतूरा इतना कौड़ा नहीं। गुरु नानक देव जी महाराज का कहना है जितना कौड़ा है मनमुख दा हिरदा। तुम्मी तुम्मा विस अक धतूरा निम फल, मनमुख वसें तिस जिस तू चित न आवई। हे करतार, जिस मनमुख दे चित दे तेरा वासा नहीं, ओदा हिरदा
ਜ਼ਹਿਰ ਦੇ ਸਮਾਨ ਕੌੜਾ ਹੈ, ਧਤੂਰੇ ਦੇ ਸਮਾਨ ਕੌੜਾ ਹੈ, ਨਿੰਮ ਦੇ ਸਮਾਨ ਕੌੜਾ ਹੈ, ਅੱਕ ਦੇ ਸਮਾਨ ਕੌੜਾ ਹੈ। ਬਰਸਾਤ ਦੇ ਦਿਨਾਂ ਵਿੱਚ ਭਗਤ ਕਬੀਰ ਦੇ ਘਰ ਇੱਕ ਨਿੰਮ ਦਾ ਬੂਟਾ ਪੈਦਾ ਹੋ ਗਿਆ। ਆਪ ਨੇ ਲੋਈ ਨੂੰ ਆਖਿਆ, ਆਪਣੀ ਪਤਨੀ ਨੂੰ, ਵੀ ਸਾਡੇ ਘਰ ਦੇ ਵਿੱਚ ਦਰਖਤ ਨਹੀਂ ਹੈ, ਇਸ ਨਿੰਮ ਨੂੰ ਵੱਡਾ ਕਰਨਾ ਹੈ, ਸਾਇਆਦਾਰ ਦਰਖਤ ਹੋ ਜਾਏਗਾ, ਨਾਲੇ ਮੇਰੀ ਰੋਜ਼ਮਰਾ ਦੀ ਦਾਤਨ ਇਸ ਦਰਖਤ ਤੋਂ ਮਿਲੇਗੀ। ਲੋਈ ਨੂੰ ਕਹਿ ਦਿੱਤਾ, ਜਦ ਬਰਸਾਤਾਂ ਦੀ ਰੁੱਤ ਖਤਮ ਹੋਵੇ ਤਾਂ ਰੋਜ਼ ਇਸ ਬੂਟੇ ਨੂੰ ਸਿੰਚਣਾ, ਤਾਂ ਕਿ ਕੁਮਲਾਏ ਨਾ, ਮੁਰਝਾਏ ਨਾ। ਰੁੱਤ ਬਰਖਾ ਦੀ ਖਤਮ ਹੋਈ, ਲੋਈ ਅੱਜ ਨਿੰਮ ਦੇ ਬੂਟੇ 'ਚ ਪਾਣੀ ਪਾਣ ਲੱਗੀ ਹੈ। ਕਬੀਰ ਪੁੱਛਦੇ ਨੇ, ਇਹ ਜਲ ਕਿੱਥੋਂ ਲਿਆਈ ਹੈ? ਭਗਤ ਜੀ, ਸਾਹਮਣੇ ਖੂਹ ਤੋਂ ਲਿਆਈਆਂ। ਨਹੀਂ, ਇਹਦੇ 'ਚ ਗੰਗਾ ਦਾ ਜਲ ਪਾਣਾ ਹੈ, ਇਸ ਨੂੰ ਗੰਗਾ ਦੇ ਜਲ ਨਾਲ ਸਿੰਚਣਾ ਹੈ। ਸਤ ਵਚਨ ਕਹਿ ਕੇ ਲੋਈ ਗੰਗਾ ਤੋਂ ਮਟਕਾ ਭਰ ਕੇ ਲਿਆਈ। ਹੁਣ ਜਦ ਵੀ ਇਸ ਬੂਟੇ ਨੂੰ ਪਾਣੀ ਦੀ ਲੋੜ ਪੈਂਦੀ ਹੈ, ਲੋਈ ਗੰਗਾ ਦਾ ਜਲ ਭਰ ਕੇ ਇਸ ਬੂਟੇ ਨੂੰ ਸਿੰਚਦੀ ਹੈ। 5-7 ਸਾਲ ਦੀ ਮਿਹਨਤ ਤੋਂ ਬਾਅਦ ਇਹ ਛੋਟਾ ਜਿਹਾ ਬੂਟਾ ਵੱਡੇ ਦਰਖਤ ਦੀ ਸ਼ਕਲ ਦੇ ਚ ਨਮੂਦਾਰ ਹੋਇਆ, ਪ੍ਰਗਟ ਹੋਇਆ। ਕਬੀਰ ਵੇਖ ਕੇ ਬਹੁਤ ਖੁਸ਼ ਨੇ, ਬੜੇ ਪ੍ਰਸੰਨ ਨੇ। ਅੱਜ ਅੰਮ੍ਰਿਤ ਵੇਲੇ ਇੱਕ ਟਹਿਣੀ ਤੋੜੀ, ਦਾਤਨ ਵਾਸਤੇ ਮੂੰਹ ਦੇ ਚ ਪਾਈ, ਪਰੋਂ ਸੁੱਟ ਦਿੱਤੀ। ਲੋਈ ਹੈਰਾਨ ਹੋ ਕੇ ਪੁੱਛਦੀ ਹੈ, ਭਗਵਨ ਤੁਸੀਂ ਦਾਤਨ ਕੀਤੀ ਨਹੀਂ? ਹੈਰਾਨ ਹਾਂ ਮੈਂ, ਗੱਲ ਕੀ ਹੈ? ਕਬੀਰ ਕਹਿੰਦੇ, ਤੈਨੂੰ ਇਸ ਗੱਲ ਦੀ ਹੈਰਾਨਗੀ ਕਿ ਮੈਂ ਦਾਤਨ ਨਹੀਂ ਕੀਤੀ, ਪਰ ਮੈਂ ਇਸ ਗੱਲ ਤੇ ਹੈਰਾਨ ਹਾਂ ਕਿ 5-7 ਸਾਲ ਦੀ ਮਿਹਨਤ ਵਿਅਰਥ ਚਲੀ ਗਈ। ਬਈ ਕਿਉਂ? ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਉਹਾਂ ਕੋ ਸਹਿਜ ਨਾ ਜਾਏ। ਗੰਗਾ ਦਾ ਜਲ ਅੰਮ੍ਰਿਤ ਸੀ, ਔਰ ਇਸ ਅੰਮ੍ਰਿਤ ਜਲ ਦੇ ਨਾਲ ਰੋਜ਼ ਸਿੰਚਿਆ, ਲੇਕਿਨ ਇਹ ਕਮਬਖਤ ਕੌੜੀ ਦੀ ਕੌੜੀ ਰਹੀ। ਇਸਨੇ ਆਪਣਾ ਸੁਭਾਅ ਨਹੀਂ ਛੱਡਿਆ, ਇਸਨੇ ਆਪਣੀ ਆਦਤ ਨਹੀਂ ਛੱਡੀ, ਇਸਨੇ ਆਪਣਾ ਵਜੂਦ ਨਹੀਂ ਛੱਡਿਆ। ਇਹ ਕੌੜੀ ਹੈ, ਜਦ ਕਿ ਅੰਮ੍ਰਿਤ ਜਲ ਦੇ ਨਾਲ ਇਸ ਨੂੰ ਸਿੰਚਿਆ। ਪ੍ਰਮਾਤਮਾ ਦੀ ਵਿਚਾਰ, ਗੁਰੂਆਂ ਦੇ ਸ਼ਬਦ ਅੰਮ੍ਰਿਤ ਦੇ ਸਮਾਨ ਨੇ, ਪਰ ਕੌੜੇ ਨਿੰਮ ਦੀ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਨੇ, ਔਰ ਆਦਤ ਬਣ ਚੁੱਕੀ ਉਸ ਕੁੜੱਤਨ ਦੇ ਚ ਰਹਿਣ ਦੀ, ਮਹਾਂਪੁਰਸ਼ਾਂ ਦੇ ਮਿੱਠੇ ਬਚਨਾਂ ਨਾਲ ਵੀ ਉਹਨਾਂ 'ਚ ਮਿਠਾਸ ਨਹੀਂ ਪੈਂਦੀ। ਸਾਹਿਬ ਕਹਿੰਦੇ ਨੇ, ਆਪਣਾ ਆਪ ਤੂੰ ਕਭੇ ਨਾ ਛੋੜਸ, ਪਿਸਨ ਪ੍ਰੀਤ ਜਿਉ ਰੇ। ਮਨਮੁਖ ਆਪਣੀ ਆਦਤ ਨਹੀਂ ਛੱਡਦਾ। ਇਸ ਤਰ੍ਹਾਂ ਜਿਵੇਂ ਗਊ ਦੇ ਥਣਾਂ ਦੇ ਨਾਲ ਲੱਗੇ ਹੋਏ ਚਿੱਚੜ ਨੇ, ਦੁੱਧ ਦੇ ਸੋਮੇ ਨੇ ਇਹ ਅਸਥਨ ਗਊ ਦੇ, ਅੰਮ੍ਰਿਤ ਦੇ ਸੋਮੇ ਨੇ, ਪਰ ਚਿੱਚੜ ਖੂਨ ਪੀਂਦਾ ਹੈ। ਉਹਦਾ ਦੁੱਧ ਨਾਲ ਕੋਈ ਮਤਲਬ ਨਹੀਂ, ਉਹਦਾ ਅੰਮ੍ਰਿਤ ਨਾਲ ਕੋਈ ਮਤਲਬ ਨਹੀਂ। ਵਿਗੜੀ ਹੋਈ ਆਦਤ ਵਾਲੇ ਮਨੁੱਖ ਜੇ ਸਤਸੰਗ ਵਿੱਚ ਵੀ ਬੈਠ ਜਾਣ, ਉਹਨਾਂ ਦਾ ਖਾਣਾ ਖੂਨ ਹੈ, ਉਹਨਾਂ ਦਾ ਪੀਣਾ ਦੁੱਧ ਨਹੀਂ ਹੈ। ਉਹ ਅੰਮ੍ਰਿਤ ਪਾਨ ਨਹੀਂ ਕਰਦੇ, ਉਹ ਖੂਨ ਹੀ ਪੀਂਦੇ ਨੇ। ਉਹਨਾਂ ਦੀ ਦ੍ਰਿਸ਼ਟੀ ਚਿੱਚੜ ਦੇ ਸਮਾਨ ਹੈ। ਇਹ ਠੀਕ ਹੈ ਕਿ ਉਹ ਚੰਬੜੇ ਹੋਏ ਗਊ ਦੇ ਅਸਥਣਾਂ ਨੂੰ ਨੇ। ਕਈ ਮਨੁੱਖ ਧਾਰਮਿਕ ਮੰਦਰਾਂ ਨੂੰ ਇਸ ਢੰਗ ਨਾਲ ਚੰਬੜੇ ਹੋਏ ਨੇ, ਜੈਸੇ ਕਿ ਚਿੱਚੜ। ਇਹਨਾਂ ਦਾ ਕੰਮ ਹੈ ਖੂਨ ਪੀਣਾ, ਨਾ ਕਿ ਦੁੱਧ ਪੀਣਾ। ਅੰਮ੍ਰਿਤਮਈ ਨਾਮ ਨਾਲ ਇਹਨਾਂ ਦਾ ਕੋਈ ਮਤਲਬ ਨਹੀਂ। ਸੰਸਾਰਿਕ ਵਾਸ਼ਨਾ ਦੀ ਪੂਰਤੀ ਕਰਨੀ ਹੈ ਧਰਮ ਮੰਦਰਾਂ ਤੇ ਆਸਰੇ ਤੇ, ਬਸ ਇਹ ਬਿਰਤੀ ਹੈ ਉਹਨਾਂ ਦੀ ਚਿੱਚੜ ਦੇ ਸਮਾਨ। ਮਰਦਾਨਾ ਕਹਿੰਦਾ, ਪਾਤਸ਼ਾਹ, ਅਗਰ ਐਸਾ ਜੋ ਮਨਮੁਖ ਤੇ ਮੂਰਖ ਹੈ, ਉਸ ਨੂੰ ਕਿਸੇ ਵਿਦਵਾਨ ਦੀ ਸੰਗਤ ਹੋ ਜਾਏ, ਬਾਦਲੀਲ ਪ੍ਰਮਾਣ ਦੇ ਕੇ ਉਸ ਨੂੰ ਸਮਝਾਇਆ ਜਾਏ, ਪਾਤਸ਼ਾਹ, ਫਿਰ ਤੇ ਉਹ ਬਦਲ ਸਕਦਾ ਹੈ। ਫਿਰ ਤੇ ਉਹ ਆਪਣੇ ਵਿਚਾਰ ਬਦਲੇਗਾ, ਆਪਣਾ ਜੀਵਨ ਢਾਂਚਾ ਬਦਲੇਗਾ। ਸਾਹਿਬ ਕਹਿੰਦੇ ਨਹੀਂ। ਆਪ ਦੀ ਅਗਲੀ ਪੰਕਤੀ ਬੜੀ ਸੁੰਦਰ, ਪੰਡਤ ਸੰਗ ਵਸੇ ਜਨ ਮੂਰਖ, ਆਗਮ ਸਾਸ ਸੁਣੇ, ਆਪਣਾ ਆਪ ਤੂੰ ਕਭੇ ਨਾ ਛੋੜਸ, ਸੁਆਨ ਪੂਛ ਜਿਉ ਰੇ। ਇੱਕ ਮਹਾਨ ਆਲਮ ਦੀ ਸੰਗਤ ਹੋ ਜਾਏ ਕਿਸੇ ਮੂਰਖ ਨੂੰ, ਉਹ ਮੂਰਖ ਆਪਣਾ ਸੁਭਾਅ ਇਸ ਤਰ੍ਹਾਂ ਨਹੀਂ ਛੱਡਦਾ
जैसे कुत्ते दी पूंछ यतन करन दे बावजूद भी सिद्धि नहीं आउंदी, तिवें मूर्ख अपनी मूर्खता छड़दा नहीं जिसदी मूर्खता दे च पकियाई आ गई है। इस तरह जिसदी आदत बिल्कुल पक्की हो चुकी है, सतगुर दी बाणी ते अन्य ऋषि मुनि उदी संगत तो रोक दे रहे हैं। संगत करिए साध की जो अंत करे निर्वाओ, साकत कारी कांबरी धोए होए ना सेत। साकत मनुख जेड़ा है काले कंबल दे समान है, यतन करिए ये चिट्टा नहीं होंदा, ये साफ नहीं होंदा। सूरदास जी महाराज दी एक बड़ी अगम्मी पंक्ति है गुरु ग्रंथ साहब जी महाराज दे च, आप कहंदे छाड़ मन हर बेमुखन को संग। हरी तो बेमुख मनुखां दी संगत छड़ दे, कारण उन्हां दी प्रीत और उन्हां दी दुश्मनी दोवें घातक होंदियां ने। भाई गुरदास जी ने इस वास्ते रोकया। आप दा एक बड़ा सुंदर सवैया है, कोयला शीतल कर करत ही श्याम गहे, तपत स्पर्श पर दगत करत है। ठंडा कोला जे झोली दे च पा लईए, हाथां दे च रख लईए, हथ काले हो जांदे ने, झोली काली हो जांदी है। ते भाई साहब कहंदे जे बलदा होया भखदा होया हथ ते रख दईए तां हथ जल जांदा है, झोली सड़ जांदी है। मूर्ख दी प्रीत ऐसी है जैसे ठंडे कोलियां नूं झोली दे च पा लेना, पर मूर्ख दी दुश्मनी ऐसी है जैसे भखदे होए कोले हथ दे च आ गए। ओदी प्रीत तो भी चोट पहुंचेगी और ओदी दुश्मनी तो भी चोट पहुंचेगी। मूर्ख साकत ऐसा है, भाई साहब भाई गुरदास जी कहंदे ने, कूकर के चाटते कलेवरे लागे छोट, काटत शरीर पीर धीर ना धरत है। कुत्ता प्रेम करके चटन लग पे शरीर मैला हो जाता है, पर जे क्रोध दे कट लवे तां जख्मी हो जाता है। मनमुख दी प्रीत दे नाल हिरदा मैला होंदा है और ओदी दुश्मनी दे नाल बड़ा नुकसान हो जाता है, बहुत गहरी चोट पहुंचती। इहदी प्रीत भी घातक, ओदी दुश्मनी भी घातक, दोवें घातक ने। तीसरा उदाहरण भाई साहब देंदे ने, फूटत ज्यों गागरे परत पाहन पर पाहन परत पुन गागर हरत है। मिट्टी दी गागर अगर पत्थर दे उत्ते डिग जाए तां गागर टुटदी है, पत्थर नहीं टुटदा। पर जे पत्थर गागर दे उत्ते डिग पए तां भी गागर ही टुटदी है, पत्थर नहीं टुटदा। तैसे असाध संग प्रीत हूं विरोध बुरो, लोक परलोक दुख दोख ना टरत है। इस तरह का जो असाध मनुख है, जो मनमोह मनुख है, ओदा प्यार इस तरह है जिवें ठंडे कोलियां नूं झोली च पा रहा है, जिवें कोई कुत्ता चट रहा है, जिवें गागर पत्थर दे उत्ते डिग पई है। पर ओदी दुश्मनी इस तरह है जिस तरह बलदे हुए अंग्यारे हथ दे च आ गए ने, जिस तरह कुत्ते ने कट लिया है, जिस तरह पत्थर गागर दे उत्ते डिग पे। सतगुरां ने रोकिया, जिसदा सुभाव पक चुकिया है बुराइयां दे च, ओदी संगत तो दूर रही। ओदी प्रीत भी हानिकारक, ओदी दुश्मनी भी हानिकारक, क्योंकि सतगुर ऐसा कहंदे ने कि उसनूं किसी भी तरीके दे नाल बदलना बड़ी औखी गल है, बहुत औखी गल है। और असी देखते हैं संसार दे बड़े बड़े महापुरुष भी कुछ बंदियां नूं समझाण दे च असमर्थ रहे ने। उन्हां बंदियां नूं जिन्हां दी बुराई आदत बन चुकी सी, सुभाव बन चुकिया सी, और ऐसे पुरुषां नूं साहिब कहंदे ने ये मूर्ख ने, निरे मूर्ख नहीं बल्कि मूर्खां दे सरदार ने। मूर्खां सिर मूर्ख है जे मन्ने ना ही नाओ, बोलन लगिया खाण लगिया चलन फिरन लगिया हर महफिल दे च मुंह अगे है विचार अगे नहीं, बुद्धि अगे नहीं। ऐसे मनुखां तो जगत दा बहुत अहित होया है, बहुत वड्डा नुकसान होया है। इस वास्ते सत्संग इस गल की कोशिश कर रही है कि कोई मनुख मूर्ख ना बने। मूर्ख तां ही बनेगा जे मूर्खां दी संगत च बैठे, कुसंगियां दे च बैठे, सहजे सहजे बुराई दी आदत पक गई तां फिर उस तो भी जगत नूं चोट पहुंचदी है। और इस सतसंग दा, धर्म ग्रंथां दा बहुत वड्डा परोपकार है कि मनुख नूं मूर्खता तो बचाण दी कोशिश कर रहे हैं।